ਕੈਨੇਡੀਅਨ ਸੂਬੇ ਹੋਏ ਬਹਾਲ ਕੋਵਿਡ-19 ਦੀ ਤੀਜੀ ਲਹਿਰ ਨਾਲ ਅਤੇ ਵੇਰੀਐਂਟਸ ਦੀ ਮਾਰ ਨਾਲ। ਯੂਰਪੀਅਨ ਯੂਨੀਅਨ ਮੈਡੀਸਿਨਸ ਏਜੰਸੀ ਨੇ ਲੱਭਿਆ ਐਸਟ੍ਰਾਜ਼ੈਨੇਕਾ ਵੈਕਸੀਨ ਅਤੇ ਰੇਅਰ ਬਲੱਡ ਕਲੌਟ ਵਿਚਾਲੇ ਸੰਬੰਧ, ਪਰ ਕਿਹਾ ਵੈਕਸੀਨ ਦੇ ਫਾਇਦੇ ਜ਼ਿਆਦਾ ਨੇ ਨੁਕਸਾਨ ਨਾਲੋਂ। ਨਿਊਜ਼ੀਲੈਂਡ ਨੇ ਆਸਟ੍ਰੇਲੀਅਨਸ ਵਾਸਤੇ ਹਟਾਈ ਕੁਆਰੰਟੀਨ ਦੀ ਸ਼ਰਤ ਅਤੇ ਭਾਰਤ ਤੋਂ ਆ ਰਹੇ ਵਿਅਕਤੀਆਂ ਵਾਸਤੇ ਲਾਈ ਆਰਜ਼ੀ ਰੋਕ। ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰਸਾਰ ਹਫ਼ਤਾਵਾਰ। ਮੈਂ ਅਮਨਿੰਦਰ ਗਰੇਵਾਲ। ਕੈਨੇਡਾ ਇਸ ਵੇਲੇ ਕੋਵਿਡ-19 ਦੀ ਤੀਜੀ ਅਤੇ ਬੜੀ ਹੀ ਗੰਭੀਰ ਵੇਵ ਵਿੱਚੋਂ ਲੰਘ ਰਿਹਾ ਹੈ। ਵੈਕਸੀਨੇਸ਼ਨ ਸਪਲਾਈ ਦਾ ਕਦੇ ਚੱਲਦਾ ਕਦੇ ਰੁਕਦਾ ਕੰਮ ਅੜਿੱਕੇ ਤਾਂ ਡਾਉਂਦਾ, ਪਰ ਬਾਵਜੂਦ ਇਸ ਤੇ ਟੀਕੇ ਲਾਏ ਜਾ ਰਹੇ ਨੇ। ਇਸ ਦਾ ਅਸਰ ਨਵੇਂ ਇਨਫੈਕਸ਼ਨ ਕੇਸਿਸ ਵਿੱਚ ਬਜ਼ੁਰਗਾਂ ਦੀ ਘੱਟ ਗਿਣਤੀ ਦੇ ਰੂਪ ਵਿੱਚ ਵਿਖਾਈ ਦੇ ਵੀ ਰਿਹਾ ਹੈ, ਪਰ ਹੁਣ ਚਿੰਤਾ ਕਿਸੇ ਹੋਰ ਕਾਰਨ ਹੈ। ਜ਼ਿਆਦਾ ਮਾਮਲੇ ਹੁਣ 5 ਤੋਂ 39 ਸਾਲਾਂ ਦੇ ਕੈਨੇਡੀਅਨਸ ਨਾਲ ਸੰਬੰਧਿਤ ਨੇ ਤੇ ਦੂਜੀ ਚਿੰਤਾ ਵੇਰੀਐਂਟਸ ਦੀ ਹੈ। ਦੇਸ਼ ਵਿੱਚ ਹੁਣ ਤੱਕ ਦਰਜ ਕੀਤੇ ਗਏ ਕਰੀਬ 16,000 ਵੇਰੀਐਂਟ ਕੇਸਿਸ ਵਿੱਚ ਬਹੁਤੇ ਯੂਕੇ ਵਿੱਚ ਸਭ ਤੋਂ ਪਹਿਲਾਂ ਪਾਏ ਗਏ B117 ਵੇਰੀਐਂਟ ਦੇ ਨੇ, ਪਰ ਬ੍ਰਾਜ਼ੀਲ ਵਾਲੇ P1 ਵੇਰੀਐਂਟ ਨੇ ਵੀ ਦਸਤਕ ਦੇ ਜ਼ਰੂਰ ਦਿੱਤੀ ਹੈ। ਇਸ ਦੇ ਸਭ ਤੋਂ ਵੱਧ ਮਾਮਲੇ ਅਲਬਰਟਾ, ਬ੍ਰਿਟਿਸ਼ ਕੋਲੰਬੀਆ ਅਤੇ ਓਨਟਾਰੀਓ ਵਿੱਚ ਨੇ। ਅਲਬਰਟਾ ਵਿੱਚ ਵੇਰੀਐਂਟਸ ਦੇ ਵਿਸਫੋਟ ਨੇ ਕਈ ਪਾਬੰਦੀਆਂ ਮੁੜ ਲਵਾ ਦਿੱਤੀਆਂ ਨੇ। ਓਨਟਾਰੀਓ ਲਾਕਡਾਊਨ ਜਿਹੀ ਸਥਿਤੀ ਵਿੱਚ ਚਲਾ ਗਿਆ, ਸਟੇ ਐਟ ਹੋਮ ਆਰਡਰ ਜਾਰੀ ਹੈ ਤੇ ਕਿਊਬੈਕ ਦੇ ਕਈ ਹਿੱਸੇ ਵੀ ਬੰਦ ਨੇ। ਦੇਸ਼ ਦੀ ਚੀਫ ਮੈਡੀਕਲ ਆਫਿਸਰ ਆਫ ਹੈਲਥ ਡਾਕਟਰ ਟਰੀਜ਼ਾ ਟੈਮ ਨੇ ਮੰਗਲਵਾਰ ਨੂੰ ਕਿਹਾ ਕਿ 7 ਦਿਨਾਂ ਤੋਂ ਰੋਜ਼ਾਨਾ ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਔਸਤਨ 6100 ਮਾਮਲੇ ਆ ਰਹੇ ਨੇ। ਇਕੱਲੇ ਓਨਟਾਰੀਓ ਵਿੱਚ ਰੋਜ਼ਾਨਾ ਕਰੀਬ 3000 ਮਾਮਲੇ ਸਾਹਮਣੇ ਆ ਰਹੇ ਨੇ। ਫੈਡਰਲ ਸਰਕਾਰ ਨੇ ਪਾਬੰਦੀਆਂ ਲਾਉਣ ਦਾ ਕੰਮ ਸੂਬਾ ਸਰਕਾਰਾਂ ਤੇ ਛੱਡਿਆ ਹੋਇਆ ਤੇ ਬੇਨਤੀਆਂ ਕਰਨ ਦਾ ਕੰਮ ਡਾਕਟਰ ਟੈਮ ਤੇ। ਇੱਕ ਪਾਸੇ ਕੈਨੇਡਾ ਦਾ ਬੁਰਾ ਹਾਲ ਹੈ ਤੇ ਦੂਜੇ ਪਾਸੇ ਕੋਵਿਡ ਫ੍ਰੀ ਨਿਊਜ਼ੀਲੈਂਡ ਨੇ ਸਾਬਤ ਕਰਕੇ ਵਿਖਾ ਦਿੱਤਾ ਹੈ ਕਿ ਜੇ ਸਰਕਾਰ ਜਨਤਾ ਦੀ ਭਲਾਈ ਵਾਸਤੇ ਜਨਤਾ ਤੇ ਕੋਈ ਸਖਤੀ ਕਰਨ ਦਾ ਮਨ ਬਣਾ ਲਏ ਤਾਂ ਕੁਝ ਵੀ ਕਰਕੇ ਵਿਖਾਉਣਾ ਸੰਭਵ ਨਹੀਂ ਹੈ। ਨਿਊਜ਼ੀਲੈਂਡ ਨੇ ਟਰੈਵਲ ਬਬਲ ਤਹਿਤ ਆਸਟ੍ਰੇਲੀਆ ਤੋਂ ਆਉਣ ਵਾਲਿਆਂ ਲਈ ਕੁਆਰੰਟੀਨ ਫ੍ਰੀ ਯਾਤਰਾ ਦੀ ਖੁੱਲ੍ਹ ਦੇ ਦਿੱਤੀ ਹੈ। ਨਿਊਜ਼ੀਲੈਂਡ ਨੇ ਭਾਰਤ ਤੋਂ ਆ ਰਹੇ ਯਾਤਰੀਆਂ ਦੀ ਆਮਦ ਤੇ ਫਿਲਹਾਲ 11 ਤੋਂ 28 ਅਪ੍ਰੈਲ ਤੱਕ ਆਰਜ਼ੀ ਰੋਕ ਵੀ ਲਾ ਦਿੱਤੀ ਹੈ। ਬਰਤਾਨੀਆ ਵੀ ਉਧਰ 3 ਮਹੀਨਿਆਂ ਦੇ ਲਾਕਡਾਊਨ ਤੋਂ ਬਾਹਰ ਆ ਰਿਹਾ ਹੈ। ਬਰਤਾਨੀਆ ਵਾਸੀ ਆਪਣੇ ਦੇਸ਼ ਵਿੱਚ ਤੇ ਦੇਸ਼ ਦੇ ਬਾਹਰ ਖੁੱਲ੍ਹ ਕੇ ਘੁੰਮ ਫਿਰ ਸਕਣ, ਇਸ ਵਾਸਤੇ ਸਰਕਾਰ ਵੈਕਸੀਨ ਪਾਸਪੋਰਟ ਆਪਸ਼ਨ ਉੱਪਰ ਵੀ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ। ਇਹ ਇੱਕ ਅਜਿਹਾ ਡਾਕੂਮੈਂਟ ਹੋਏਗਾ ਜੋ ਇਸ ਚੀਜ਼ ਦਾ ਸਬੂਤ ਹੋਏਗਾ ਕਿ ਧਾਰਕ ਨੇ ਕੋਵਿਡ-19 ਤੋਂ ਬਚਾਅ ਲਈ ਵੈਕਸੀਨ ਲਵਾਇਆ ਹੋਇਆ ਹੈ ਤੇ ਉਹ ਕੋਵਿਡ-19 ਪੋਜ਼ਿਟਿਵ ਨਹੀਂ ਹੈ। ਯੂਰਪੀਅਨ ਯੂਨੀਅਨ ਵਿੱਚ ਵੀ ਇਸ ਸਰਟੀਫਿਕੇਟ ਤੇ ਚਰਚਾ ਚੱਲ ਰਹੀ ਹੈ। ਹਾਲਾਂਕਿ ਵਰਲਡ ਹੈਲਥ ਆਰਗੇਨਾਈਜੇਸ਼ਨ ਇਸ ਦੇ ਪੱਖ ਵਿੱਚ ਨਹੀਂ, ਕਿਉਂਕਿ ਅਜੇ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਵੈਕਸੀਨ ਲਵਾਉਣ ਵਾਲਾ ਦੂਜਿਆਂ ਨੂੰ ਇਨਫੈਕਟ ਨਹੀਂ ਕਰ ਸਕਦਾ। ਬਗੈਰ ਇਸ ਦੀ ਪਰਵਾਹ ਕਰਦਿਆਂ ਅਮਰੀਕੀ ਸਰਕਾਰ ਨੇ ਫੁੱਲੀ ਵੈਕਸੀਨੇਟਡ ਵਿਅਕਤੀਆਂ ਨੂੰ ਦੇਸ਼ ਦੇ ਅੰਦਰ ਅਤੇ ਬਾਹਰ ਆਉਣ ਜਾਣ ਦੀ ਖੁੱਲ੍ਹ ਦੇ ਦਿੱਤੀ ਹੈ ਤੇ ਉਹਨਾਂ ਨੂੰ ਕੁਆਰੰਟੀਨ ਵੀ ਨਹੀਂ ਕਰਨਾ ਪਏਗਾ। ਕਾਲੇ ਮੂਲ ਦੇ ਅਮਰੀਕੀ ਜਾਰਜ ਫਲੋਇਡ ਦੇ ਕਤਲ ਦਾ ਮੁਕੱਦਮਾ ਦੂਜੇ ਹਫ਼ਤੇ ਵਿੱਚ ਦਾਖਲ ਹੋ ਚੁੱਕਿਆ ਹੈ। ਇਸ ਹਫ਼ਤੇ ਮਿਨੀਆਪੋਲਿਸ ਪੁਲਿਸ ਚੀਫ ਮੈਡੇਰੀਆ ਅਰੇਡੋਂਡੋ ਨੇ ਆਪਣੀ ਗਵਾਹੀ ਵਿੱਚ ਕਿਹਾ ਕਿ ਸਾਬਕਾ ਪੁਲਿਸ ਅਧਿਕਾਰੀ ਡੈਰਿਕ ਸ਼ੌਵਨ ਦਾ ਹੱਥਕੜੀਆਂ ਵਿੱਚ ਜਕੜੇ ਮੂੰਹ ਦੇ ਮੂੰਹ ਪਏ ਜਾਰਜ ਫਲੋਇਡ ਦੀ ਧੌਣ ਤੇ ਗੋਡਾ ਰੱਖਣਾ ਸਰਾਸਰ ਗੈਰ ਜ਼ਰੂਰੀ ਵੀ ਸੀ ਤੇ ਗੈਰ ਕਾਨੂੰਨੀ ਵੀ। ਪੁਲਿਸ ਅਧਿਕਾਰੀਆਂ ਨੂੰ ਯੂਜ਼ ਆਫ ਫੋਰਸ ਟੈਕਨੀਕਸ ਦੀ ਸਿਖਲਾਈ ਦਿੰਦੇ ਮਿਨੀਆਪੋਲਿਸ ਪੁਲਿਸ ਆਫਿਸਰ ਲੈਫਟੀਨੈਂਟ ਜੌਨੀ ਮਰਸਲ ਨੇ ਵੀ ਕਿਹਾ ਕਿ ਆਫਿਸਰਸ ਨੂੰ ਬੇਕਾਬੂ ਵਿਅਕਤੀਆਂ ਨੂੰ ਕਾਬੂ ਕਰਨ ਲਈ ਇਹ ਤਕਨੀਕ ਸਿਖਾਈ ਜ਼ਰੂਰ ਜਾਂਦੀ ਹੈ, ਪਰ ਨਾਲ ਹੀ ਇਹ ਵੀ ਪੱਕਾ ਕੀਤਾ ਜਾਂਦਾ ਹੈ ਕਿ ਜਿੱਥੋਂ ਤੱਕ ਹੋ ਸਕੇ ਇਸ ਦੀ ਵਰਤੋਂ ਤੋਂ ਬਚਣ। ਫਲੋਇਡ ਦੇ ਮਾਮਲੇ ਵਿੱਚ 9 ਮਿੰਟਾਂ ਤੱਕ ਉਸ ਦੀ ਧੌਣ ਤੇ ਗੋਡਾ ਰੱਖਣ ਦੀ ਕੋਈ ਤੁਕ ਨਹੀਂ ਸੀ ਬਣਦੀ। ਆਫਿਸਰ ਜਾਣਦਾ ਸੀ ਕਿ ਉਹ ਉਸ ਦੀ ਜਾਨ ਲੈ ਸਕਦਾ ਹੈ। ਇੱਕ ਹਫ਼ਤੇ ਤੱਕ ਇਜਿਪਟ ਦੀ ਸੁਏਜ਼ ਕਨਾਲ ਵਿੱਚ ਅੜ ਕੇ ਖੜੀ ਰਹੀ ਕਾਰਗੋ ਸ਼ਿਪ ਲੰਘੇ ਹਫ਼ਤੇ ਨਿਕਲ ਤਾਂ ਗਈ, ਪਰ ਇੱਕ ਹਫ਼ਤੇ ਦੌਰਾਨ ਰੋਜ਼ਾਨਾ ਮੈਰੀਟਾਈਮ ਟ੍ਰੇਡ ਦਾ ਕਈ ਬਿਲੀਅਨ ਡਾਲਰ ਦਾ ਨੁਕਸਾਨ ਵੀ ਹੁੰਦਾ ਰਿਹਾ। ਹੁਣ ਇਸ ਦੀ ਭਰਪਾਈ ਸ਼ਾਇਦ ਸ਼ਿਪ ਦੇ ਜਾਪਾਨੀ ਮਾਲਿਕ ਕੰਪਨੀ ਨੂੰ ਕਰਨੀ ਪਏਗੀ। ਸੁਏਜ਼ ਕਨਾਲ ਚੀਫ ਲੈਫਟੀਨੈਂਟ ਜਨਰਲ ਉਸਾਮਾ ਰਬੀ ਦਾ ਕਹਿਣਾ ਹੈ ਕਿ ਘੱਟੋ ਘੱਟ $1 ਬਿਲੀਅਨ ਤਾਂ ਜ਼ਰੂਰ ਦੇਣੇ ਪੈਣਗੇ। ਸੁਏਜ਼ ਕਨਾਲ ਅਥਾਰਟੀ ਵਾਟਰਵੇ ਦੇ ਸਦਰਨ ਸੈਕਸ਼ਨ ਨੂੰ ਹੁਣ ਚੌੜਾ ਕਰਨ ਬਾਰੇ ਵੀ ਸੋਚ ਰਹੀ ਹੈ। ਇਹ ਉਹੀ ਹਿੱਸਾ ਹੈ ਜਿੱਥੇ ਵੈਸਲ 6 ਦਿਨ ਤੱਕ ਫਸੀ ਰਹੀ ਸੀ ਤੇ ਨਾਲ ਹੀ ਅਜਿਹੀਆਂ ਕ੍ਰੇਨਸ ਵੀ ਖਰੀਦੀਆਂ ਜਾਣਗੀਆਂ ਜੋ ਅਜਿਹੀ ਦੁਬਾਰਾ ਸਥਿਤੀ ਪੈਦਾ ਹੋਵੇ ਤਾਂ 52 ਮੀਟਰ ਦੀ ਉਚਾਈ ਤੋਂ ਕਾਰਗੋ ਨੂੰ ਲਾ ਸਕਣ। 1310 ਫੀਟ ਲੰਮੀ ਐਵਰ ਗਿਵਨ ਨਾਂ ਦੀ ਕਾਰਗੋ ਸ਼ਿਪ 23 ਮਾਰਚ ਨੂੰ ਬੇਹੱਦ ਤੇਜ਼ ਹਵਾ ਦੇ ਥਪੇੜੇ ਨਾਲ ਚੱਲਦੀ ਹੋਈ ਤਿਰਛੀ ਹੋ ਕੇ ਵਾਟਰਵੇ ਵਿੱਚ ਫਸ ਗਈ ਸੀ, ਜਿਸ ਕਰਕੇ ਕਿਸੇ ਹੋਰ ਵੈਸਲ ਦਾ ਉੱਥੋਂ ਲੰਘਣਾ ਨਾਮੁਮਕਿਨ ਹੋ ਗਿਆ। 6 ਦਿਨ 24 ਘੰਟੇ ਦੀ ਮਸ਼ੱਕਤ ਤੋਂ ਬਾਅਦ ਖਾਲੀ ਕੀਤੀ ਜਾ ਸਕੀ ਇਸ ਸ਼ਿਪ ਨੂੰ ਉੱਥੋਂ ਹਟਾਇਆ ਜਾ ਸਕਿਆ ਤੇ ਸ਼ਿਪ ਦੇ ਰਿਕਾਰਡਰਸ ਵਿਚਲਾ ਡੇਟਾ ਹੁਣ ਜਾਂਚ ਵਾਸਤੇ ਭੇਜ ਦਿੱਤਾ ਗਿਆ ਹੈ। ਯੂਰਪੀਅਨ ਮੈਡੀਸਿਨ ਏਜੰਸੀ ਦੀ ਰਿਪੋਰਟ ਆ ਗਈ ਹੈ ਤੇ ਏਜੰਸੀ ਨੇ ਆਖਰਕਾਰ ਮੰਨ ਲਿਆ ਹੈ ਕਿ ਯੂਰਪੀਅਨ ਯੂਨੀਅਨ ਮੁਲਕਾਂ ਵਿੱਚ ਆਕਸਫੋਰਡ ਐਸਟ੍ਰਾਜ਼ੈਨੇਕਾ ਵੈਕਸੀਨ ਲੈਣ ਵਾਲੇ ਜਿਨ੍ਹਾਂ ਲੋਕਾਂ ਨੂੰ ਰੇਅਰ ਬ੍ਰੇਨ ਬਲੱਡ ਕਲੌਟ ਦੀ ਸ਼ਿਕਾਇਤ ਹੋਈ ਸੀ, ਉਹਨਾਂ ਦਾ ਸੰਬੰਧ ਇਸ ਵੈਕਸੀਨ ਨਾਲ ਹੀ ਸੀ, ਪਰ ਇਸ ਦਾ ਕਾਰਨ ਅਜੇ ਵੀ ਨਹੀਂ ਲੱਭ ਸਕਿਆ ਤੇ ਉਤੋਂ ਕਹਿਣਾ ਇਹ ਹੈ ਕਿ ਐਸਟ੍ਰਾਜ਼ੈਨੇਕਾ ਵੈਕਸੀਨ ਦੇ ਸੰਭਾਵਿਤ ਨੁਕਸਾਨ ਉਸ ਦੇ ਫਾਇਦਿਆਂ ਦੇ ਅੱਗੇ ਕੁਝ ਵੀ ਨਹੀਂ ਹਨ। ਕੈਨੇਡਾ ਵਿੱਚ ਅਜੇ ਵੀ 55 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਇਹ ਵੈਕਸੀਨ ਨਹੀਂ ਦਿੱਤਾ ਜਾ ਰਿਹਾ, ਪਰ ਯੂਰਪੀਅਨ ਯੂਨੀਅਨ ਨੇ 18 ਸਾਲ ਤੋਂ ਵੱਧ ਉਮਰ ਵਾਲਿਆਂ ਨੂੰ ਆਕਸਫੋਰਡ ਐਸਟ੍ਰਾਜ਼ੈਨੇਕਾ ਵੈਕਸੀਨ ਦੇਣ ਉੱਪਰ ਕੋਈ ਨਵੀਂ ਪਾਬੰਦੀ ਲਾਉਣੋਂ ਨਾ ਕਰ ਦਿੱਤੀ ਹੈ।
About 7 million people have now been vaccinated in the EU with the AstraZeneca vaccine, and 11 million have been vaccinated in the UK, and there is increasing use of this vaccine in other countries. Our scientific position is that this vaccine is a safe and effective option to protect citizens against COVID-19. ਭਾਰਤੀ ਮੀਡੀਆ ਅਦਾਰੇ ਟ੍ਰਿਬਿਊਨ ਵਿੱਚ ਛਪੀ ਖਬਰ ਮੁਤਾਬਕ ਕੇਂਦਰ ਸਰਕਾਰ ਨੇ 8 ਅਪ੍ਰੈਲ ਨੂੰ ਪੰਜਾਬ ਨੂੰ ਨਵਾਂ ਝਟਕਾ ਦਿੰਦੇ ਹੋਏ ਕਣਕ ਦੀ ਖਰੀਦ ਲਈ ਸਿੱਧੀ ਅਦਾਇਗੀ ਬਾਰੇ ਪੰਜਾਬ ਸਰਕਾਰ ਦੀ ਮੰਗ ਨੂੰ ਪੂਰੀ ਤਰ੍ਹਾਂ ਨਾਲ ਰੱਦ ਕਰ ਦਿੱਤਾ। ਮੋਦੀ ਸਰਕਾਰ ਦੀ ਇਸ ਨਾਂ ਨਾਲ ਪੰਜਾਬ ਵਿੱਚ ਹੁਣ ਜਿਣਸ ਦੀ ਸਿੱਧੀ ਅਦਾਇਗੀ ਵਾਲਾ ਕੇਂਦਰੀ ਫਾਰਮੂਲਾ ਲਾਗੂ ਹੋਣ ਦੇ ਆਸਾਰ ਬਣ ਗਏ ਨੇ। ਕੇਂਦਰ ਸਰਕਾਰ ਦੀ 2 ਹਰਫੀ ਨਾਂ ਨੇ ਪੰਜਾਬ ਦੇ ਆੜ੍ਹਤੀਆਂ ਨੂੰ ਹਲੂਣ ਦਿੱਤਾ, ਜਦੋਂ ਕਿ ਪੰਜਾਬ ਸਰਕਾਰ ਆੜ੍ਹਤੀਆਂ ਦੇ ਪੱਖ ਵਿੱਚ ਕੇਂਦਰ ਸਰਕਾਰ ਅੱਗੇ ਕੋਈ ਠੋਸ ਸਟੈਂਡ ਨਹੀਂ ਲੈ ਸਕੀ। ਤੇ ਚਲਦੇ ਕੁਝ ਹੋਰ ਖਬਰਾਂ। ਨਾਰਦਰਨ ਆਇਰਲੈਂਡ ਅੱਜਕੱਲ ਬੜਾ ਅਸ਼ਾਂਤ ਚੱਲ ਰਿਹਾ ਹੈ। ਕੈਥੋਲਿਕ ਅਤੇ ਪ੍ਰੋਟੈਸਟੈਂਟਸ ਇੱਕ ਦੂਜੇ ਤੇ ਅਤੇ ਪੁਲਿਸ ਤੇ ਹਮਲੇ ਕਰ ਰਹੇ ਨੇ। ਲੰਘੇ ਕੁਝ ਦਿਨਾਂ ਵਿੱਚ ਹੋਈ ਹਿੰਸਾ ਦੌਰਾਨ 55 ਤੋਂ ਵੱਧ ਪੁਲਿਸ ਅਧਿਕਾਰੀ ਜ਼ਖਮੀ ਵੀ ਹੋ ਗਏ। ਮਾਮਲਾ ਦਰਅਸਲ ਇਹ ਹੈ ਕਿ ਕੁਝ ਨਾਰਦਰਨ ਆਇਰਲੈਂਡ ਵਾਸੀ ਖੁਦ ਨੂੰ ਬ੍ਰਿਟਿਸ਼ ਮੰਨਦੇ ਨੇ ਤੇ ਉਹ ਯੂਕੇ ਦਾ ਹਿੱਸਾ ਹੋਣ ਨਾਲ ਤੇ ਬ੍ਰੈਕਜ਼ਿਟ ਦੇ ਹੱਕ ਵਿੱਚ ਨੇ, ਪਰ ਕਈ ਨਾਰਦਰਨ ਆਇਰਲੈਂਡ ਵਾਸੀ ਖੁਦ ਨੂੰ ਆਇਰਿਸ਼ ਮੰਨਦੇ ਨੇ ਤੇ ਉਹਨਾਂ ਦਾ ਝੁਕਾਅ ਰਿਪਬਲਿਕ ਆਫ ਆਇਰਲੈਂਡ ਨਾਲ ਹੈ, ਜੋ ਅਜੇ ਵੀ ਯੂਰਪੀਅਨ ਯੂਨੀਅਨ ਦਾ ਹੀ ਹਿੱਸਾ ਹੈ। ਰੂਸ ਦੇ ਰਾਸ਼ਟਰਪਤੀ ਦੀ ਕੁਰਸੀ ਤੇ ਜੰਮ ਕੇ ਬੈਠੇ ਹੋਏ ਵਲਾਦੀਮੀਰ ਪੁਤਿਨ ਦੀਆਂ ਨੀਤੀਆਂ ਦੇ ਵਿਰੋਧੀ ਆਗੂ ਅਲੈਕਸੀ ਨੇਵਾਲਨੀ ਨੂੰ ਬਦਲੇ ਦੀ ਭਾਵਨਾ ਹੇਠ 2.5 ਸਾਲ ਵਾਸਤੇ ਜੇਲ੍ਹ ਵਿੱਚ ਭੇਜਿਆ ਜਾ ਚੁੱਕਿਆ ਹੈ ਤੇ ਇਸ ਪਿੱਛੋਂ ਹੁਣ ਪੁਤਿਨ ਪ੍ਰਸ਼ਾਸਨ ਉਸ ਦੀ ਸਾਰ ਨਹੀਂ ਲੈ ਰਿਹਾ। ਨੇਵਾਲਨੀ ਦੇ ਵਕੀਲ ਨੇ ਕਿਹਾ ਕਿ ਉਸ ਨੂੰ ਜੇਲ੍ਹ ਵਿੱਚ ਲੋੜੀਂਦੀ ਡਾਕਟਰੀ ਸਹਾਇਤਾ ਨਹੀਂ ਦਿੱਤੀ ਜਾ ਰਹੀ। ਸਪਾਇਰਲ ਹਰਨੀਆਸ ਕਾਰਨ ਉਸ ਦੇ ਹੱਥ ਸੁੰਨ ਹੋਣੇ ਸ਼ੁਰੂ ਹੋ ਗਏ ਨੇ, ਪਰ ਕੋਈ ਉਸ ਦੀ ਸਾਰ ਨਹੀਂ ਲੈ ਰਿਹਾ। ਮਿਆਂਮਾਰ ਵਿੱਚ ਤਾਂ ਫੌਜੀ ਤਖਤਾ ਪਲਟ ਕਾਰਨ ਹਾਲਾਤ ਖਰਾਬ ਚੱਲ ਹੀ ਰਹੇ ਨੇ। ਹੁਣ ਬਰਤਾਨੀਆ ਵਿੱਚ ਵੀ ਕਿਸੇ ਨੇ ਕੁਝ ਅਜਿਹਾ ਕਰਕੇ ਵਿਖਾ ਦਿੱਤਾ। ਮਿਆਂਮਾਰ ਦੇ ਯੂਕੇ ਵਿੱਚ ਰਾਜਦੂਤ ਜ਼ਵਾਰ ਮਿਨ ਨੂੰ ਉਸੇ ਦੇ ਡੈਪੂਟੀ ਨੇ ਇਸ ਹਫ਼ਤੇ ਐਮਬੈਸੀ ਬਿਲਡਿੰਗ ਤੋਂ ਬਾਹਰ ਕੱਢ ਕੇ ਅੰਦਰੋਂ ਤਾਲਾ ਲਾ ਦਿੱਤਾ ਤੇ ਉਸ ਦੀ ਕੁਰਸੀ ਤੇ ਕਬਜ਼ਾ ਕਰ ਲਿਆ। ਇਮਾਰਤ ਦੇ ਬਾਹਰ ਵਿਚਾਰਿਆਂ ਵਾਂਗ ਖੜਾ ਰਾਜਦੂਤ ਮਿਨ ਫੌਜੀ ਤਖਤਾ ਪਲਟ ਦੇ ਦਰਅਸਲ ਕਾਫੀ ਖਿਲਾਫ ਬੋਲ ਰਿਹਾ ਸੀ। ਇਹ ਸਨ ਇਸ ਹਫ਼ਤੇ ਦੀਆਂ ਕੁਝ ਖਾਸ ਕੌਮੀ ਤੇ ਕੌਮਾਂਤਰੀ ਖਬਰਾਂ। ਤੁਸੀਂ ਵੇਖ ਰਹੇ ਸੀ ਪ੍ਰੋਗਰਾਮ ਖਬਰਸਾਰ ਹਫ਼ਤਾਵਾਰ। ਮਨਿੰਦਰ ਨੂੰ ਦਿਓ ਇਜਾਜ਼ਤ।